ਧੰਨ ਵਾਹਿਗੁਰੂ ਸਾਹਿਬ ਜੀ। ਆਸਾ ਜੋਗੀ ਜਤੀ ਤਪੀ ਸੰਨਿਆਸੀ, ਬਹੁ ਤੀਰਥ ਭ੍ਰਮਨਾ। ਲੁੰਜਿਤ ਮੁੰਜਿਤ ਮੋਨ ਜਟਾ ਧਰ, ਅੰਤ ਤਉ ਮਰਨਾ। ਤਾਤੇ ਸੇਵੀਅਲੇ ਰਾਮਨਾ, ਰਸਨਾ ਰਾਮ ਨਾਮ ਹਿਤ ਜਾਕੈ, ਕਹਾ ਕਰੈ ਜਮਨਾ। ਰਹਾਉ ਆਗਮ ਨਿਰਗਮ ਜੋਤਿਕ ਜਾਨਹਿ, ਬਹੁ ਬਹੁ ਵਿਆਕਰਨਾ। ਤੰਤ ਮੰਤਰ ਸਭ ਔਖਦ ਜਾਨਹਿ, ਅੰਤ ਤਉ ਮਰਨਾ। ਰਾਜ ਭੋਗ ਅਰ ਛਤਰ ਸਿੰਘਾਸਨ, ਬਹੁ ਸੁੰਦਰ ਰਮਨਾ। ਪਾਨ ਕਪੂਰ ਸੁਬਾਸਕ ਚੰਦਨ, ਅੰਤ ਤਉ ਮਰਨਾ। ਵੇਦ ਪੁਰਾਨ ਸਿਮਰਤ ਸਭ ਖੋਜੇ, ਕਹੂ ਨ ਉਬਰਨਾ। ਕਹੋ ਕਬੀਰ ਇਉ ਰਾਮਹਿ ਜੰਪਾਉ, ਮੇਟ ਜਨਮ ਮਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਵਿਚਾਰ। ਆਪ ਜੀ ਨੇ ਜੋ ਅੱਜ ਅੰਮ੍ਰਿਤ ਬਚਨ ਸਰਵਣ ਕੀਤਾ, ਇਹ ਭਗਤ ਕਬੀਰ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਪਾਵਨ ਸ਼ਬਦ ਦੇ ਅੰਦਰ ਇੱਕ ਜਿਹੜੀ ਪੰਕਤੀ ਹੈ ਉਹ ਬਾਰ-ਬਾਰ ਰਿਪੀਟ ਹੋ ਰਹੀ ਹੈ। ਉਹ ਇਹ ਹੈ ਕਿ ਅੰਤ ਤਉ ਮਰਨਾ। ਇਹਦਾ ਭਾਵ ਹੈ ਅਖੀਰ ਨੂੰ ਤੂੰ ਮਰ ਜ਼ਰੂਰ ਜਾਣਾ ਹੈ। ਸੰਸਾਰ ਦਾ ਇੱਕ ਸਿਧਾਂਤ ਹੈ ਕਿ ਜੋ ਉਪਜਿਓ ਸੋ ਬਿਨਸ ਹੈ। ਜਿਹੜੀ ਚੀਜ਼ ਪੈਦਾ ਹੋਈ ਹੈ ਨਾ, ਉਹਦਾ ਵਿਨਾਸ਼ ਪੱਕਾ ਹੈ। ਹਾਂ, ਇਹ ਗੱਲ ਜ਼ਰੂਰ ਹੈ, ਹਰੇਕ ਚੀਜ਼ ਦਾ ਆਪੋ ਆਪਣਾ ਟਾਈਮ ਹੈ। ਕੁਝ ਚੀਜ਼ਾਂ ਕੁਝ ਘੜੀਆਂ ਰਹਿੰਦੀਆਂ ਨੇ, ਕੁਝ ਚੀਜ਼ਾਂ ਕੁਝ ਘੰਟੇ ਰਹਿੰਦੀਆਂ ਨੇ, ਕੁਝ ਸਾਲ ਰਹਿੰਦੇ ਨੇ, ਅਤੇ ਕੁਝ ਚੀਜ਼ਾਂ ਕੁਝ ਸਦੀਆਂ ਰਹਿੰਦੀਆਂ ਨੇ। ਪਰ ਅਖੀਰ ਨੂੰ ਇੱਕ ਦਿਨ ਸਾਰਾ ਕੁਝ ਵਿਨਾਸ਼ ਹੋ ਜਾਏਗਾ। ਇੱਥੋਂ ਤੱਕ ਜਿਹੜੇ ਖੰਡ ਬ੍ਰਹਿਮੰਡ ਨੇ, ਧਰਤੀ ਹੈ, ਸੂਰਜ ਚੰਦਰ ਤਾਰੇ, ਇੱਕ ਦਿਨ ਇਹਨਾਂ ਦਾ ਵੀ ਵਿਨਾਸ਼ ਹੋ ਜਾਏਗਾ। ਇਹ ਬਿਲਕੁਲ ਫਲਸਫਾ ਜਿਹੜਾ ਗੁਰਮਤਿ ਦਾ ਇਸ ਗੱਲੋਂ ਨਿਰੋਲ ਹੈ, ਉਹਦਾ ਇੱਕ ਕਾਰਨ ਹੈ। ਮੈਂ ਕਹਿ ਕੇ ਅੱਗੇ ਚੱਲਾਂ, ਜਿੰਨਾ ਚਿਰ ਇੱਕ ਮਰੇਗਾ ਨਹੀਂ ਨਾ, ਤੇ ਦੂਸਰਾ ਉਹਦੀ ਜਗ੍ਹਾ ਸਪੇਸ ਨਹੀਂ ਬਣੇਗੀ, ਉਹ ਆਵੇਗਾ ਨਹੀਂ। ਕਈ ਵਾਰੀ ਨਾ ਜਦੋਂ ਸਾਡਾ ਕੋਈ ਆਪਣਾ ਨੇੜੇ ਦਾ ਭੈਣ ਭਰਾ, ਕੋਈ ਰਿਸ਼ਤੇਦਾਰ, ਕਰੀਬੀ ਮਾਂ ਬਾਪ ਜਾਂਦਾ ਹੈ ਨਾ, ਤੇ ਮਨ ਕਹਿੰਦਾ ਕਿ ਇਹ ਮਰਨਾ ਨਹੀਂ ਸੀ ਚਾਹੀਦਾ। ਪਰ ਇੱਕ ਗੱਲ ਯਾਦ ਰੱਖਿਓ, ਜੇ ਉਹ ਨਾ ਮਰੇ, ਫਿਰ ਸਾਡੇ ਘਰ ਦੇ ਵਿੱਚ ਉਹਦੀ ਜਗ੍ਹਾ ਕੋਈ ਹੋਰ ਕਿਸੇ ਦੀ ਸਪੇਸ ਬਣੇ ਨਾ, ਆਵੇਗਾ ਕਿੱਥੋਂ? ਜੇ ਸੰਸਾਰ ਖਤਮ ਨਾ ਹੋਵੇ ਤੇ ਸੰਸਾਰ ਦੇ ਉੱਤੇ ਇੰਨਾ ਕੁ ਜ਼ਿਆਦਾ ਧਮਚੜਾ ਮੱਚ ਜਾਵੇ ਕਿ ਇੱਥੇ ਰਹਿਣਾ ਔਖਾ ਹੋ ਜਾਏ। ਇਹ ਪ੍ਰਮਾਤਮਾ ਨੇ ਸਿਧਾਂਤ ਬਣਾਇਆ, ਮਰਨਾ ਅਖੀਰ ਨੂੰ ਸੱਚਾਈ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛੱਡ ਸਗਲ ਜੰਜਾਲ। ਪਰ ਮਰਨ ਦੇ ਵਿੱਚ ਫਰਕ ਹੈ, ਜਿਹੜੀ ਆਪਾਂ ਅੱਜ ਗੱਲ ਕਰਨੀ ਹੈ। ਇੱਕ ਗੱਲ ਪੱਕੀ ਹੈ, ਮਰਨਾ ਸਾਰਿਆਂ ਨੇ ਹੈ,
ਪਰ ਗੁਰਮਤ ਇਹ ਗੱਲ ਕਹਿੰਦੀ ਹੈ ਕਿ ਜੇ ਤੂੰ ਸਰੀਰ ਦੇ ਵਿੱਚ ਆਣ ਕੇ ਜਨਮ ਲਿਆ ਤੇ ਸਰੀਰ ਛੱਡ ਕੇ ਚਲਾ ਗਿਆ, ਭਾਵ ਮਰ ਗਿਆ, ਕਿੰਨਾ ਕੁ ਚਿਰ ਇੱਦਾਂ ਕਰਦਾ ਰਹੇਗਾ? ਮਰ ਮਰ ਜੰਮੈ, ਕਹਿੰਦਾ ਕਦੀ ਮਰਦਾ ਹੈ ਕਦੀ ਜੰਮਦਾ, ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ। ਇੱਕ ਸਰੀਰ ਛੱਡਿਆ, ਦੂਸਰੇ 'ਚ ਟਰਾਂਸਫਰ ਹੋ ਗਿਆ, ਉਹਨੂੰ ਛੱਡਿਆ, ਫਿਰ ਤੀਸਰੇ 'ਚ ਚਲਾ ਗਿਆ। 84 ਲੱਖ ਜੂਨਾਂ ਨੇ, ਕਿੰਨੀਆਂ ਕੁ 'ਚ ਜਨਮ ਲਏਗਾ, ਕਿੰਨੀਆਂ 'ਚ ਮਰੇਗਾ? ਮਰਨ ਦਾ ਤੇ ਭਾਵ ਇਹ ਸੀ ਨਾ ਵੀ ਤੂੰ ਖਤਮ ਹੋ ਗਿਆ, ਤੇਰਾ ਹਿਸਾਬ ਕਿਤਾਬ ਨਿਬੜ ਗਿਆ, ਅੱਜ ਤੋਂ ਬਾਅਦ ਇਸ ਪਾਸੇ ਨਹੀਂ ਆਉਣਾ। ਜਿਵੇਂ ਸੰਸਾਰ 'ਚ ਕੋਈ ਜੀਵ ਮਰਦਾ ਹੈ ਨਾ, ਉਹਦਾ ਲੈਣਾ ਦੇਣਾ ਨਾਲ ਹੀ ਸਾਡੇ ਨਾਲ ਖਤਮ ਹੋ ਜਾਂਦਾ ਹੈ। ਕਹਿ ਦਿੱਤਾ ਜਾਂਦਾ ਕਿ ਜਿਹੜੇ ਗਏ ਨੇ ਕਦੀ ਵਾਪਸ ਨਹੀਂ ਆਉਂਦੇ, ਪਰ ਧਾਰਮਿਕ ਵਿਦਿਆ ਜਾਂ ਧਾਰਮਿਕ ਗ੍ਰੰਥ ਇਹ ਗੱਲ ਕਹਿੰਦੇ ਨੇ ਗਏ ਹੋਏ ਵਾਪਸ ਨਹੀਂ ਆਉਂਦੇ, ਸਰੀਰ ਵਾਪਸ ਨਹੀਂ ਆਉਂਦਾ, ਆਤਮਾ ਜਿਹੜੀ ਉਹ ਸਫ਼ਰ ਕਰਦੀ ਰਹਿੰਦੀ ਹੈ। ਕਦੀ ਕੋਈ ਸਰੀਰ ਧਾਰਨ ਕਰਦੀ ਹੈ, ਕਦੀ ਕੋਈ ਸਰੀਰ ਧਾਰਨ ਕਰਦੀ। ਇਹ 84 ਲੱਖ ਜੂਨਾਂ ਦਾ ਗੇੜ ਚੱਲਦਾ ਰਹਿੰਦਾ। ਪਰ ਅੰਮ੍ਰਿਤ ਬਾਣੀ ਨੇ ਗੱਲ ਕਹੀ, ਕਹਿ ਲੱਗੇ ਜੇ ਤੂੰ ਮਰਨਾ ਹੈ ਤੇ ਇੱਕੋ ਵਾਰ ਹੀ ਮਰ ਜਾ, ਬਾਅਦ ਦੇ ਵਿੱਚ ਤੇਰਾ ਕਦੀ ਜਨਮ ਹੋਵੇ ਹੀ ਨਾ। ਉਹ ਮਰਨਾ ਸੀ ਜੀ ਪਰਮਾਤਮਾ ਦੇ ਵਿੱਚ ਅਭੇਦ ਹੋਣਾ, ਉਹ ਮਰਨਾ ਸੀ ਸ਼ਬਦ ਦੇ ਵਿੱਚ ਮਰਨਾ। ਤੇ ਯਾਦ ਰੱਖਿਓ, ਉਹ ਮਰਨ ਵਾਸਤੇ ਫਿਰ ਧਰਮ ਦੇ ਨਾਂ ਦੇ ਉੱਤੇ ਲੁੱਟ ਸ਼ੁਰੂ ਹੋ ਗਈ, ਬਲੈਕਮੇਲ ਕੀਤਾ ਜਾਣ ਲੱਗਾ ਲੋਕਾਂ ਨੂੰ। ਹਾਂ, ਲੋਕਾਂ ਨੂੰ ਇਹ ਨੌਲੇਜ ਤੇ ਹੋ ਗਈ ਕਿ ਇਹ ਸੰਸਾਰ ਦੇ ਵਿੱਚ ਜੇ ਸਰੀਰ ਛੱਡਾਂਗੇ ਫਿਰ ਦੂਸਰਾ ਸਰੀਰ ਮਿਲੇਗਾ, ਫਿਰ ਤੀਸਰਾ ਮਿਲੇਗਾ। ਕਿੰਨਾ ਚੰਗਾ ਹੋਵੇ ਪੱਕੇ ਮਰ ਜਾਈਏ, ਭਾਵ ਮੁਕਤੀ ਮਿਲ ਜਾਵੇ। ਉਸ ਮੁਕਤੀ ਨੂੰ ਹਾਸਲ ਕਰਨ ਵਾਸਤੇ ਫਿਰ ਧਾਰਮਿਕ ਲੋਕ ਜਿਹੜੇ ਨੇ ਜਾਂ ਧਰਮ ਦੇ ਠੇਕੇਦਾਰ ਨੇ, ਉਹਨਾਂ ਨੇ ਕਾਰੋਬਾਰ ਸ਼ੁਰੂ ਕਰ ਦਿੱਤਾ। ਇਹਦੇ ਵਿੱਚ ਕਿਸੇ ਨੇ ਕਹਿ ਦਿੱਤਾ ਕਿ ਤੂੰ ਫਲਾਣੇ ਆਰੇ ਦੇ ਵਿੱਚ ਕੱਟਿਆ, ਜਾਂ ਮੈਂ ਪਿਛਲੇ ਸਮੇਂ 'ਚ ਗਿਆ ਸ਼ਿਵਪੁਰੀ 'ਚ ਆਰਾ ਲੱਗਾ ਹੋਇਆ ਹੈ। ਕਿਸੇ ਨੇ ਇਹ ਗੱਲ ਕਹਿ ਦਿੱਤੀ ਕਿ ਤੂੰ ਇੰਨੇ ਪਾਠ ਪਠਨ ਕਰ ਲਾ, ਤੈਨੂੰ ਮਰਨ ਤੋਂ ਬਾਅਦ ਮੁਕਤੀ ਮਿਲੇਗੀ। ਕਿਸੇ ਨੇ ਕੋਈ ਪੂਜਾ ਦੱਸ ਦਿੱਤੀ, ਕਿਸੇ ਨੇ ਕੋਈ ਜੱਗ ਦੱਸ ਦਿੱਤਾ। ਪਰ ਅੰਮ੍ਰਿਤ ਬਾਣੀ ਦਾ ਇਹ ਫੈਸਲਾ ਹੈ, ਕਹਿਣ ਲੱਗੇ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ, ਕਹਿਣ ਲੱਗੇ ਜੇ ਮੁਕਤੀ ਦੇਣੀ ਹੈ ਨਾ, ਜੇ ਤੁਸੀਂ ਮੈਨੂੰ ਮਾਰਨਾ ਹੈ ਤੇ ਮੈਨੂੰ ਜਿਉਂਦੇ ਨੂੰ ਮਾਰੋ। ਮਰਨ ਤੋਂ ਬਾਅਦ ਦਾ ਕੀ ਪਤਾ ਹੈ ਮਨੁੱਖ ਕਿੱਥੇ ਜਾਂਦਾ ਹੈ ਕਿੱਥੇ ਨਹੀਂ ਜਾਂਦਾ, ਉਹਦੀ ਮੁਕਤੀ ਦਾ ਕੋਈ ਵੀ ਕਨਸੈਪਟ ਨਹੀਂ ਰਹਿ ਜਾਂਦਾ। ਉਹ ਅਸੀਂ ਭਗਤ ਕਬੀਰ ਸਾਹਿਬ ਦਾ ਬਚਨ ਪੜ੍ਹਦੇ ਹਾਂ ਕਿ ਮੂਏ ਹੋਏ ਜਾਓ ਮੁਕਤ ਦਿਓਗੇ। ਮਰਨ ਤੋਂ ਬਾਅਦ ਮੁਕਤੀ ਦੇਣੀ ਹੈ, ਕਹਿਣਾ ਆ ਵੀ ਤੂੰ ਮੁਕਤ ਹੋ ਗਿਆ ਤੇ ਇਹਦੀ ਗਾਰੰਟੀ ਥੋੜ੍ਹੀ ਹੈ ਕੋਈ। ਮੂਏ ਹੋਏ ਜਾਓ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ, ਉਹਨੂੰ ਕੌਣ ਜਾਣਦਾ ਹੈ। ਜੇ ਮੈਨੂੰ ਮੁਕਤੀ ਦੇਣੀ ਹੈ ਤੇ ਜਿਉਂਦੇ ਜੀ ਦਿਓ। ਜਿਉਂਦੇ ਜੀ ਜਿਹੜੀ ਮੁਕਤੀ ਅੱਜ ਉਹਦੀ ਗੱਲ ਭਗਤ ਕਬੀਰ ਸਾਹਿਬ ਜੀ ਕਰ ਰਹੇ ਨੇ। ਕਹਿਣਗੇ ਜੇ ਤੂੰ ਜਿਉਂਦੇ ਜੀ ਮੁਕਤੀ ਲੈਣੀ, ਉਹ ਪਰਮਾਤਮਾ ਦੇ ਸ਼ਬਦ ਦੇ ਵਿੱਚ ਮਰ ਫਿਰ ਮਿਲੇਗੀ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਮਰਨਾ ਚਲੋ ਹੈ ਤੇ ਕਈ ਤਰ੍ਹਾਂ ਦਾ, ਆਪਾਂ ਮੇਨ ਦੋ ਤਰ੍ਹਾਂ ਦਾ ਲੈ ਲਈ। ਇੱਕ ਸਰੀਰ ਦਾ ਮਰ ਜਾਣਾ ਹੈ, ਇੱਕ ਯਾਦ ਰੱਖਿਓ ਅੰਦਰੋਂ ਹਉਂ ਦਾ ਮਰ ਜਾਣਾ ਹੈ, ਹਉਮੈ ਦਾ ਮਰ ਜਾਣਾ ਹੈ। ਤੇ ਮੈਂ ਦੋ ਭਗਤ ਕਬੀਰ ਸਾਹਿਬ ਦੇ ਸ਼ਲੋਕ ਨੇ ਬੜੇ ਪਿਆਰੇ, ਉਹ ਤੁਹਾਡੇ ਨਾਲ ਸਾਂਝੇ ਕਰ ਦੇਣਾ। ਭਗਤ ਕਬੀਰ ਸਾਹਿਬ ਕਹਿ ਲਗੇ ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ। ਕਹਿੰਦੇ ਦੁਨੀਆ ਸਾਰੀ ਤੁਰੀ ਫਿਰਦੀ ਹੈ, ਮੈਂ ਮੁਕਤੀ ਨੂੰ ਹਾਸਲ ਕਰ ਲਵਾਂ, ਮੈਂ ਜਿਉਂਦੇ ਜੀ ਮਰ ਜਾਵਾਂ, ਮੇਰਾ ਜਨਮ ਮਰਨ ਦਾ ਗੇੜ ਖਤਮ ਹੋ ਜਾਵੇ। ਇੱਥੋਂ ਤੱਕ ਜਦੋਂ ਇਹ ਮਰਨ ਦੀ ਅਰਦਾਸ ਵੀ ਕੀਤੀ ਜਾਂਦੀ ਹੈ ਨਾ 10ਵੇਂ ਦੇ ਉੱਤੇ, ਉਦੋਂ ਵੀ ਇਹ ਸ਼ਬਦ ਪੜ੍ਹੇ ਜਾਂਦੇ ਨੇ ਕਿ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭੌਜਲ ਫੇਰਾ। ਉਦੋਂ ਵੀ ਕਿਹਾ ਜਾਂਦਾ ਕਿ ਪ੍ਰਮਾਤਮਾ ਜੀ ਜੀਵ ਨੂੰ ਆਉਣ ਜਾਣ ਦੇ ਚੱਕਰ 'ਚ ਨਾ ਪਾਇਓ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਇਹ ਜਿਉਂਦਿਆਂ ਜੀ ਤੂੰ ਸ਼ਬਦ ਦੇ ਵਿੱਚ ਮਰ ਜਾ, ਤੇਰਾ ਦੁਬਾਰਾ ਆਉਣਾ ਜਾਣਾ ਨਾ ਹੋਵੇਗਾ। ਜਿਹੜਾ ਮੈਂ ਸ਼ਲੋਕ ਸਾਂਝਾ ਕਰ ਰਿਹਾ, ਕਬੀਰ ਇਹ ਐਸਾ ਏਕ ਆਦ, ਕਹਿੰਦੇ ਕੋਈ ਇੱਕ ਅੱਧਾ, ਇੱਕ ਅੱਧੇ ਦਾ ਭਾਵ ਅਰਥ ਹੁੰਦਾ ਕੋਈ ਵਿਰਲਾ ਟਾਵਾਂ ਹੀ ਹੈ। ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ, ਕੋਈ ਵਿਰਲਾ ਹੀ ਹੈ ਜਿਹੜਾ ਜਿਉਂਦਿਆਂ ਜੀ ਹੀ ਮ੍ਰਿਤਕ ਹੋ ਜਾਂਦਾ ਹੈ। ਕਹਿਣ ਲੱਗੇ ਨਿਰਭਾ ਹੋਏ ਕੈ ਗੁਣ ਰਵੈ ਜਤ ਪੇਖੋਂ ਤਤ ਸੋਏ। ਹੁਣ ਉਹ ਜੀਵਤ ਮ੍ਰਿਤਕ ਕਿੱਦਾਂ ਹੈ? ਕਹਿੰਦੇ ਕਿ ਡਰ ਤੋਂ ਰਹਿਤ ਹੋ ਕੇ, ਦੁਨਿਆਵੀ ਲੋਕ ਲੱਜਾਂ ਨੂੰ ਛੱਡ ਕੇ ਜਦੋਂ ਕੋਈ ਸਿਮਰਨ ਕਰਦਾ ਹੈ, ਬੰਦਗੀ ਕਰਦਾ ਹੈ, ਇੰਨੀ ਕੁ ਪਰਮਾਤਮਾ ਉਹਨੂੰ ਦ੍ਰਿਵ ਦ੍ਰਿਸ਼ਟੀ ਬਖਸ਼ ਦਿੰਦਾ। ਉਹ ਜਿੱਧਰ ਨੂੰ ਦੇਖਦਾ ਉਧਰ ਹੀ ਉਹਨੂੰ ਪਰਮਾਤਮਾ ਨਜ਼ਰ ਪਿਆ ਹੁੰਦਾ। ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ, ਨਿਰਭਾ ਹੋਏ ਕੈ ਗੁਣ ਰਵੈ ਜਤ ਪੇਖੋਂ ਤਤ ਸੋਏ। ਹੁਣ ਇਹ ਮਰਦਾ ਕੌਣ ਹੈ? ਭਗਤ ਕਬੀਰ ਸਾਹਿਬ ਨੇ ਅਗਲੇ ਸ਼ਲੋਕ 'ਚ ਕਿਹਾ, ਕਹਿ ਲਗੇ ਮੈਂ ਪਰਮਾਤਮਾ ਦੀ ਬੰਦਗੀ ਕੀਤੀ ਤੇ ਮੈਂ ਇਸ ਜਿਉਂਦੇ ਜੀ ਨੂੰ ਜਿਹੜੀ ਮੁਕਤੀ ਹਾਸਲ ਕਰ ਲਈ। ਮੈਂ ਮਰ ਗਿਆ। ਜਿਸ ਦਿਨ ਜਿਉਂਦਿਆਂ ਜੀ ਮਨੁੱਖ ਮਰ ਜਾਂਦਾ ਹੈ ਨਾ, ਉਸ ਦਿਨ ਆਨੰਦ ਵੱਜ ਜਾਂਦਾ ਹੈ, ਉਸ ਦਿਨ ਪਰਮਾਤਮਾ ਦੀ ਪ੍ਰਾਪਤੀ। ਉਹ ਭਗਤ ਸਾਹਿਬ ਜੀ ਦਾ ਅਗਲਾ ਨਾਲ ਹੀ ਸ਼ਲੋਕ ਹੈ, ਕਬੀਰ ਜਾ ਦਿਨ ਹਉ ਮੂਆ। ਜਾ ਦਾ ਅਰਥ ਕਰਾਂਗੇ ਜਿਸ, ਹਉ ਦਾ ਅਰਥ ਹੈ ਮੈਂ।
इत्थे मैं दा अर्थ शरीर नहीं, इत्थे मैं दा अर्थ है मैं मेरी हौमे। ये हौमे जिहड़ी सानू परमात्मा तो दूर करी फिरदी है, जिहड़ी हौमे सानू वक्री हस्ती होण दा अभाव कराउंदी है, जिस दिन वो हौमे खत्म हो गई तो उस दिन परमात्मा दे विच अभेद हो जाएगा। कबीर जा दिन हौम हुआ पाछै पया आनंद। याद रखियो जो परमात्मा ही मिल पैंदा है, जो जीव परमात्मा च अभेद ही हो जाता फिर तो आनंद ही आनंद, खुशियां खेड़े ही रह जांदियां ने, मगर तो होर कोई चीज़ रह नहीं जाती। कबीर जा दिन हौम हुआ पाछै पया आनंद, मोह मिलियो प्रभ अपना। कहते मैनू अपना खसम अपना प्रभु परमात्मा मिल पिया। मोह मिलियो प्रभ अपना संगी भजै गोबिंद। संगी का अर्थ है आ ज्ञान इंद्रे, ਜਿਹੜੇ ਗਿਆਨ ਇੰਦਰੇ ਵਿਕਾਰਾਂ ਦੇ ਵਿੱਚ ਖਚਿਤ ਸਨ, ਜਿਹੜੇ ਗਿਆਨ ਇੰਦਰੇ ਬਾਹਰ ਮੁਖੀ ਸਨ, ਜਿਹੜੇ ਗਿਆਨ ਇੰਦਰੇ ਸੰਸਾਰ ਦੇ ਵਿੱਚ ਖਚਿਤ ਸਨ, ਕਹਿਣ ਲੱਗੇ ਹੁਣ ਉਹ ਵੀ ਪ੍ਰਮਾਤਮਾ ਦਾ ਸਿਮਰਨ ਪਏ ਕਰਦੇ ਨੇ। ਮੈਂ ਬੇਨਤੀ ਕਰਾਂ ਗੁਰਮੁਖੋ, ਇਹ ਉਹ ਮੌਤ ਹੈ ਜਿਹੜੀ ਸ਼ਬਦ ਦੇ ਵਿੱਚ ਹੁੰਦੀ ਹੈ, ਤੇ ਜਿਸ ਦਿਨ ਸ਼ਬਦ ਦੇ ਵਿੱਚ ਮੌਤ ਹੋ ਜਾਵੇ ਨਾ, ਇੱਕ ਹੋਰ ਸ਼ਲੋਕ ਕਹਿ ਕੇ ਮੈਂ ਆਪਣੇ ਵਿਸ਼ੇ ਵੱਲ ਆਵਾਂ। ਭਗਤ ਕਬੀਰ ਸਾਹਿਬ ਕਹਿੰਦੇ ਕਿ ਲੋਕ ਅਸਲ 'ਚ ਇਸ ਮਰਨ ਤੋਂ ਡਰਦੇ ਜੇ। वैसे तो चलो दूसरी जी फिजिकल मौत है असी वो तो भी डरते हैं कि ना मरीए। बंदा भावें 80 साल का 100 साल का हो, वो भी कहता कि मैं बच जावां, मैं बच जावां। शरीर की मौत एक दिन हो जाएगी, पर गल ये है जिस दिन शरीर की मौत होगी उस दिन बाद मनुख नूं नहीं पता लगना कि मैं मर गया कि मैं जींदा, क्योंकि हिसाब किताब खत्म हो गया। उस दिन तो बाद दुख नहीं है। शरीर की मौत का दुख उदों तक है जो तक तुसीं मरदे नहीं। मान लो कोई तुहानूं डरा रहा है कि तू मर जाना है, तू मर जाना है, मर जाना है, ये डर है। जो मारी गए फिर काहदा डर है? शरीर की मौत का डर किते ना किते खत्म हो जाता जे। जिहड़ी हौमे का मरना है ये डर बड़ा औखा बड़ा भैड़ा है। मैं परसों चौथ के कल परसों भी ये उदाहरण दी सी। जिस दिन अंदरों हौमे मरदी है ना, हौमे मरन तो डर लगता है। हौमे मिली है सानू, सानू प्रभुता की हौमे है, लोग वाह 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 करते हैं। जिस दिन किसी ने बदनामी कर दी, बेइज्जती कर दी ना, उस दिन जरिया नहीं जाना, क्योंकि हौमे नूं सट वजनी, उस सट का डर लगता है। कल शब्द ऐसे नाकों काटी कानों काटी, वो नक वड्डन का डर लगता है कि मेरी कितने बदनामी ना हो जाए, मेरा कितने आपा आप ना खत्म हो जाए। तो भगत कबीर साहब जी कह लगे कि जो मनुख मरण तो डरदा है, कह लगे हुण मैनूं डर नहीं लगता, क्यों कहिंदे उन्हां दी फिजिकल मौत है, मेरी जिहड़ी वो विकारां वालों मैं दी मौत है। जिस दिन अंदरों मैं मर गई उस दिन ही परमात्मा की प्राप्ति हो जानी है। वो भगत कबीर साहब का बड़ा प्यारा बचन है, कबीर जिस मरने ते जग डरै। कहते जिहड़े मरण तो लोग डरते पे ने, हाँ असी मर ना जाइए मर ना जाइए, असी अपनी हौमे नूं चुक्की फिरदे हैं ना। हर कोई मनुख ये गल कहंदा है कि मेरा स्टेटस जिहड़ा लोकां दे विच बनिया रहे। इत्थों तक कुछ तुहानूं हीरो कुछ एक्टर इहो जिहे मिलणगे जिन्हां ने भर जवानी दे विच बहुत पैसा रोलिया, लोकां दे चंगे चंगे व्यू लए, ते उन्हां दे सिर ते जिंदगी जीउंदे रहे। जदों बुढ़ेपा आया, बुढ़ेपे नूं बर्दाश्त ना कर सके, वो लोकां दे जिहड़े व्यू ना रहे, वो लोकां दा प्यार ना रहे, आखिर उन्हां नूं सुसाइड भी करना पै गया, क्योंकि अंदर हौमे मर रही सी। जो मान जो प्यार जो सत्कार लोग दे रहे सन वो खत्म हो रहा सी। कबीर जिस मरने ते जग डरे, कोई नहीं चाहता कि मेरी बदनामी होवे। मैं अज इस स्टेज पर बैठा, मेरी भी तमन्ना है मैं इतों तां जावां, थल्ले बहना कोई नहीं चाहता। हरेक मनुख गांह वधना चाहता है, हरेक दी इच्छा है मैं गांह वधा, पछां किहदा उहनूं तिल करदा है। भगत कबीर साहब कह लगे कबीर जिस मरने ते जग डरै मेरा मन आनंद। कहते मैनू तो मौजां ने, मैं तो कहना कि मैं मरा, मैं चाहुंदा मेरी जिहड़ी है अंदरों हौमे मुक जावे। जो हौमे मुक गई की होएगा? कह लगे कबीर जिस मरने ते जग डरै मेरा मन आनंद, मरने ही ते पाई है पूर्ण परमानंद। उस दिन ही उस परिपूर्ण परमात्मा की प्राप्ति। मैं कह के अपनी विचार वाला वा, याद रखियो ये असल च साडी हौमे है जिहड़ी रब दे नालों विथ पाई फिरदी है। जिस दिन हौमे मुक गई ना, उस दिन मनुख परमात्मा के चरणों च अभेद हो जाता। मैं एक उदाहरण दे देना, असी जिन्ना चिर जिउने आ ना, मनुख चाहुंदा है मैं पानी के उत्ते तरां, ते तैरन की यह प्रैक्टिस भी करता है, हथ पैर भी मारदा, तरदा भी है। पर एक स्टेज इहो जी आउंदी है जिस दिन शरीर दे विचों रूह निकल जाती, आत्मा निकल जाती, मर जाता है, तो पेट दे विच पानी भर जाता, उही वो लाश जिहड़ी वो पानी के उत्ते तरदी है। वो तरन का एक कारण उसका बैलेंस हो जाता, असल च तां तरदी है। जिन्ना चिर असी जिउने ना साडा बैलेंस नहीं बनता। जो तुहाडा बैलेंस नहीं बनेगा उन्ना चिर तुसीं तर नहीं सकते, बराबरता नहीं आएगी।
ਜਦੋਂ ਲਾਸ਼ ਦੇ ਵਿੱਚ ਪਾਣੀ ਭਰਿਆ ਗਿਆ, ਬੈਲੈਂਸ ਬਣ ਗਿਆ, ਉਹ ਤਰ ਗਈ। ਜਿਸ ਦਿਨ ਤੇਰੇ ਅੰਦਰੋਂ ਹਉਮੈ ਚਲੀ ਗਈ, ਮੈਂ ਮੇਰੀ ਚਲੀ ਗਈ, ਬੈਲੈਂਸ ਬਿਲਕੁਲ ਜ਼ੀਰੋ ਲੈਵਲ ਹੋ ਗਿਆ, ਉਸ ਦਿਨ ਤੂੰ ਭਵਜਲ ਤੋਂ ਤਰ ਜਾਏਗਾ। ਬਸ ਇੰਨਾ ਕੀ ਕਨਸੈਪਟ ਹੈ, ਪਰ ਇਹ ਹੈ ਬੜਾ ਔਖਾ। ਮੈਂ ਕਹਿ ਤਾਂ ਦਿੱਤਾ ਕਿ ਮਰਨਾ ਜਿਹੜਾ ਹੈ ਤਾਂ ਨਿੱਕੀ ਜੀ ਗੱਲ ਹੀ ਹੈ, ਅੰਦਰੋਂ ਮਰਨਾ, ਪਰ ਜਿਸ ਦਿਨ ਦੁਨਿਆਵੀ ਖਵਾਇਸ਼ਾਂ ਮਰ ਜਾਣ ਨਾ, ਮੈਂ ਕਈ ਵਾਰੀ ਇਹ ਗੱਲ 'ਤੇ ਸਰਚ ਕਰਨ ਬਾਰੇ ਸੋਚਦਾ ਹੁੰਦਾ ਕਿ ਮਨਾ ਜਿਸ ਦਿਨ ਹਉਮੈ ਮਰ ਗਈ, ਫਿਰ ਮਨ ਸੋਚਦਾ ਫਿਰ ਮਗਰ ਬਚਣਾ ਹੀ ਕੁਛ ਨਹੀਂ, ਫਿਰ ਕਿਸ ਚੀਜ਼ ਦੀ ਲੋੜ ਵੀ ਕੀ ਹੈ। ਅਸੀਂ ਘਰ ਬਾਰ ਬਣਾਉਂਦੇ ਹਾਂ, ਅੰਦਰ ਹਉਮੈ ਦਾ ਪ੍ਰਗਟਾਵਾ ਮੇਰਾ ਘਰ ਹੈ। ਜਿਸ ਦਿਨ ਹਉਮੈ ਮੁੱਕ ਗਈ, ਫਿਰ ਘਰ ਕਿਹਦਾ ਰਹਿਣਾ ਹੈ? ਕਿਸੇ ਦਾ ਨਹੀਂ ਰਹਿਣਾ, ਫਿਰ ਇੱਕ ਸਰਾਂ ਬਣ ਜਾਏਗੀ, ਇੱਥੇ ਲੋਕਾਂ ਦਾ ਹੈ। ਮੈਂ ਕਹਿੰਦਾ ਮੇਰਾ ਪਰਿਵਾਰ ਹੈ। ਜਿਸ ਦਿਨ ਹਉਮੈ ਮਰ ਗਈ, ਉਸ ਦਿਨ ਮੇਰਾ ਪਰਿਵਾਰ ਵੀ ਖਤਮ ਹੋ ਜਾਏਗਾ। ਉਹ ਜਿਹੜੀ ਅੰਦਰ ਮੈਂ ਸੀ ਨਾ, ਜਿਹੜਾ ਮੋਹ ਸੀ ਨਾ, ਉਹ ਤੰਦਾਂ ਬਿਲਕੁਲ ਖਤਮ ਹੋ ਜਾਣਗੀਆਂ। ਜਿਹੜਾ ਕਹਿੰਦਾ ਮੇਰਾ ਰੁਤਬਾ ਹੈ, ਜਿਸ ਦਿਨ ਹਉਮੈ ਮਰ ਗਈ, ਉਸ ਦਿਨ ਰੁਤਬਾ ਵੀ ਖਤਮ ਹੋ ਜਾਏਗਾ, ਸਾਰਾ ਕੁਝ ਖਤਮ ਹੋ ਜਾਂਦਾ ਹੈ। ਤਾਈਓ ਭਗਤ ਕਬੀਰ ਸਾਹਿਬ ਦਾ ਸ਼ਲੋਕ ਰਿਪੀਟ ਕਰਕੇ ਮੈਂ ਆਪਣੀ ਵਿਚਾਰ ਵਾਲਾ ਕਹਿ ਲਗੇ, ਜਿਸ ਮਰਨੇ ਆ ਮਰਨ ਤੋਂ ਅਸੀਂ ਡਰਦੇ ਹਾਂ। ਮੇਰਾ ਆਪਣੇ ਨਾ ਖਤਮ ਹੋ ਜਾਣਾ, ਮੇਰਾ ਕਾਰੋਬਾਰ ਨਾ ਖਤਮ ਹੋ ਜੇ, ਮੇਰੇ ਰਿਸ਼ਤੇਦਾਰ ਨਾ, ਭੈਣ ਭਰਾ ਨਾ ਖਤਮ ਹੋ ਜਾਣ, ਮੇਰੇ ਮਾਂ ਬਾਪ ਨਾ ਖਤਮ, ਅਹੁਦਾ ਨਾ ਮੇਰਾ ਖਤਮ ਹੋ ਜਾਵੇ, ਇਹਦੇ ਤੋਂ ਅਸੀਂ ਡਰਦੇ ਹਾਂ। ਪਰ ਜਿਸ ਦਿਨ ਅੰਦਰੋਂ ਇਹ ਚੀਜ਼ ਨਿਕਲ ਗਈ, ਉਸ ਦਿਨ ਪਰਮਾਤਮਾ ਦੀ ਪ੍ਰਾਪਤੀ ਹੈ। ਇੱਥੇ ਭਗਤ ਕਬੀਰ ਸਾਹਿਬ ਅੱਜ ਇਸੇ ਮਰਨ ਦੀ ਗੱਲ ਕਰ ਰਹੇ ਨੇ। ਕਹਿਣਗੇ ਜੇ ਤੂੰ ਇਹ ਜਿਉਂਦੇ ਜੀ ਮਰਨਾ ਹੈ, ਇੱਕ ਕੰਮ ਕਰ। ਕੀ ਕਰ? ਕਹਿਣਗੇ ਤਾਤੇ ਸੇਵੀ ਵਾਲੇ ਰਾਮ ਨਾ। ਕਹਿੰਦੇ ਉਸ ਰਾਮ ਨੂੰ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਨਾ ਸ਼ੁਰੂ ਕਰ ਦੇ, ਉਹਦਾ ਨਾਮ ਜਪਣਾ ਸ਼ੁਰੂ ਕਰ ਦੇ, ਜੇ ਤੂੰ ਜਿਉਂਦੇ ਜੀ ਮਰਨਾ ਚਾਹੁੰਦਾ ਹੈ। ਤੇ ਨਾ ਤੇ ਯਾਦ ਰੱਖਿਓ ਤੁਸੀਂ ਇਹ ਕਿਸੇ ਹੋਰ ਵਿਧੀ ਦੇ ਨਾਲ ਸ਼ਬਦ ਦੇ ਵਿੱਚ ਮਰ ਸਕਦੇ ਜੇ। ਸਭ ਤੋਂ ਸੌਖਾ ਤਰੀਕਾ ਤੁਸੀਂ ਪ੍ਰਮਾਤਮਾ ਦਾ ਸਿਮਰਨ ਕਰੋ। ਸਿਮਰਨ ਕਰਦਿਆਂ ਚਲੋ ਇਹਨੂੰ ਮੈਂ ਫਿਰ ਸਪਸ਼ਟ ਕਰ ਦਿੰਦਾ। ਹੁਣ ਜਿਹੜੀਆਂ ਸਾਡੀਆਂ ਖਵਾਇਸ਼ਾਂ ਨੇ ਨਾ, ਯਾਦ ਰੱਖਿਓ ਇਹ ਮਨ ਦੀਆਂ ਹੁੰਦੀਆਂ ਨੇ। ਲੋੜਾਂ ਜਿਹੜੀਆਂ ਉਹ ਸਾਡੀਆਂ ਤਨ ਦੀਆਂ ਨੇ। 3 ਮਨੁੱਖ ਦੀਆਂ ਮੁੱਢਲੀਆਂ ਲੋੜਾਂ ਨੇ, ਰੋਟੀ, ਮਕਾਨ ਤੇ ਕੱਪੜਾ। ਇਹ ਤਨ ਦੀਆਂ ਲੋੜਾਂ ਨੇ ਨਾ। ਪਰ ਇਹ ਤਨ ਦੀ ਲੋੜ 100 ਰੁਪਈਏ ਦੇ ਵਿੱਚ ਵੀ ਪੂਰੀ ਕੀਤੀ ਜਾ ਸਕਦੀ ਹੈ ਤੇ ਲੱਖਾਂ ਦੇ ਵਿੱਚ ਵੀ ਪੂਰੀ ਕੀਤੀ ਜਾ ਸਕਦੀ ਹੈ। ਭਰਨਾ ਪੇਟ ਹੀ ਹੈ, ਪ੍ਰਸ਼ਾਦੇ ਨੇ ਭਰਨਾ ਤੇ ਪੇਟ ਹੀ ਹੈ। ਤੁਸੀਂ ਸਾਦੀ ਰੋਟੀ ਖਾ ਕੇ ਵੀ ਪੇਟ ਭਰ ਸਕਦੇ ਜੇ। ਤੇ ਯਾਦ ਰੱਖਿਓ ਤੁਸੀਂ ਕਈ ਪ੍ਰਕਾਰ ਦੇ ਭੋਜਨ ਖਾ ਕੇ ਵੀ ਪੇਟ ਭਰ ਸਕਦੇ ਜੇ। ਹੋਣਾ ਇਹ ਤੋਂ ਵੱਧ ਹੋਰ ਕੁਛ ਨਹੀਂ ਹੈ। ਪ੍ਰਸ਼ਾਦਾ ਛਕਦੇ ਹਾਂ, ਕੁਝ ਵੀ ਚੀਜ਼ ਖਾਂਦੇ, ਪੇਟ ਹੀ ਭਰਦਾ ਹੈ ਨਾ, ਹੋਰ ਤਾਂ ਕੁਝ ਹੁੰਦਾ ਨਹੀਂ। ਇਹ ਪੇਟ ਭਰਦਾ ਤੇ ਹੋਰ 5-7 ਘੰਟਿਆਂ ਨੂੰ ਖਾਲੀ ਹੋ ਜਾਂਦਾ ਹੈ। ਇਹ ਖਾਣ ਦਾ ਕੇਵਲ ਤੇ ਕੇਵਲ ਸੰਬੰਧ ਪੇਟ ਭਰਨ ਤੱਕ ਹੈ। ਕੁਝ ਲੋਕ ਉਹ ਨੇ ਜਿਹੜੀ ਰੋਟੀ ਪਿੱਛੇ ਸਾਰੀ ਉਮਰ ਗਾਲ ਦਿੰਦੇ ਨੇ। ਕੁਝ ਇਹੋ ਜਿਹੇ ਫਕੀਰ ਵੀ ਹੁੰਦੇ ਨੇ, ਮੈਂ ਵੇਖੇ ਸੁੱਕੀ ਮਿੱਸੀ ਰੋਟੀ ਨੂੰ ਵੀ ਗਿੱਲੀ ਕਰਕੇ ਤੇ ਉਹ ਉੱਦਾਂ ਹੀ ਪਾਣੀ ਨਾਲ ਗਿੱਲੀ ਕਰਕੇ ਕੂਲੀ ਜੀ ਕਰਕੇ ਖਾ ਜਾਂਦੇ ਨੇ। ਭਰਨਾ ਕੇਵਲ ਤੇ ਕੇਵਲ ਪੇਟ ਹੈ। ਕੱਪੜੇ ਦਾ ਮਕਸਦ ਕੇਵਲ ਤੇ ਕੇਵਲ ਤਨ ਢੱਕਣਾ ਹੈ। ਜਿਹੜਾ ਅਸੀਂ ਬਸਤਰ ਪਾਉਂਦੇ ਹਾਂ ਨਾ, ਇਹ ਤਨ ਢੱਕਣ ਵਾਸਤੇ ਹੈ। ਤਨ ਢੱਕਣ ਵਾਸਤੇ ਕੱਪੜਾ ਜਿਹੜਾ ਸਾਦੇ ਤੋਂ ਸਾਦਾ 100-200 ਦੇ ਵਿੱਚ ਵੀ ਸਰ ਜਾਂਦਾ ਜੇ। ਤੇ ਲੋਕ ਜਿਹੜੇ ਉਹ ਲੱਖਾਂ ਦੇ ਵੀ ਸੂਟ ਪਾਈ ਫਿਰਦੇ ਨੇ। ਸਿਰ ਲੁਕਾਉਣ ਵਾਸਤੇ ਉਹ ਵੀ ਲੋਕ ਨੇ ਜਿਹੜੇ ਪੁਲਾਂ ਦੇ ਥੱਲੇ ਰਹਿ ਕੇ ਗੁਜ਼ਾਰੇ ਕਰ ਲੈਂਦੇ ਨੇ। ਉਹ ਵੀ ਲੋਕ ਨੇ ਜਿਹੜੇ ਝੁੱਗੀਆਂ 'ਚ ਰਹਿ ਕੇ ਗੁਜ਼ਾਰੇ ਕਰ ਲੈਂਦੇ ਨੇ। ਉਹ ਵੀ ਲੋਕ ਨੇ ਜਿਹੜੇ 5-5 7-7 ਮਹਿਲ ਪਾਈ ਫਿਰਦੇ ਨੇ, ਗੁਜ਼ਾਰਾ ਉਹਨਾਂ ਦਾ ਵੀ ਕੋਈ ਨਹੀਂ ਹੁੰਦਾ। ਮਸਲਾ ਕੋਈ ਵੱਡਾ ਨਹੀਂ। ਇਹ ਲੋੜਾਂ ਸਰੀਰ ਦੀਆਂ ਬੜੀਆਂ ਛੋਟੀਆਂ ਨੇ, ਪਰ ਖਵਾਇਸ਼ਾਂ ਮੰਨਦੀਆਂ ਨੇ। ਹੁਣ ਮਨ ਕਹਿੰਦਾ ਕਿ ਮੇਰੇ ਕੋਲ ਘਰ ਹੋਵੇ। ਜਿਸ ਦਿਨ ਮਨ ਕਹਿੰਦਾ ਹੈ ਨਾ, ਉਸ ਦਿਨ ਕਹਿੰਦਾ ਮੇਰਾ ਘਰ ਝੁੱਗੀ। ਘਰ ਕਿਸੇ ਨੇ ਕਿਹਾ ਵੀ ਝੁੱਗੀ ਨੂੰ ਘਰ ਕਦੀ ਨਹੀਂ ਕੋਈ ਕਹਿੰਦਾ। ਝੁੱਗੀ ਹੈ। ਕੌਣ ਕਹਿੰਦਾ ਮੇਰੀ ਇੱਕ ਝੁੱਗੀ ਹੋਵੇ? ਝੁੱਗੀ ਵਾਲਾ ਵੀ ਕਹਿੰਦਾ ਕਿ ਮੇਰੇ ਕੋਲ ਕੋਠੀ ਹੋਵੇ, ਕਿਉਂਕਿ ਮਨ ਦੀ ਖਾਹਿਸ਼ ਹੈ। ਪਰ ਮਸਲਾ ਕੇਵਲ ਤੇ ਕੇਵਲ ਇੰਨਾ ਕਿ ਸੌਣਾ ਇੱਕੇ ਬੈੱਡ ਤੇ ਹੀ ਹੈ। ਸੌਣਾ ਤੇ 5-6 ਫੁੱਟ ਦੀ ਮੰਜੀ ਹੈ ਨਾ ਸਾਡੀ, ਇਹ 'ਤੇ ਹੀ ਸੌਣਾ ਨਾ। ਉਹ ਹੋਰ ਤੇ ਤੁਸੀਂ ਇਹ ਤੋਂ ਵੱਧ ਕੁਝ ਸੌ ਨਹੀਂ ਸਕਦੇ। ਪਰ ਮਨ ਦੀ ਖਾਹਿਸ਼ ਹੈ। ਮਨ ਕਹਿੰਦਾ ਮੈਂ ਵਧੀਆ ਮਹਿੰਗਾ ਕੱਪੜਾ ਪਾਵਾਂ। ਕੱਪੜੇ ਨੇ ਤਨ ਢੱਕਣਾ ਸੀ। ਉਹ ਵੀ ਲੋਕ ਨੇ ਜਿਹੜੇ ਪਾਟੀਆਂ ਲੀਰਾਂ ਪਾ ਕੇ ਤੇ ਆਪਣੇ ਤਨ ਨੂੰ ਢੱਕ ਕੇ ਤੇ ਗੁਜ਼ਾਰਾ ਕਰ ਲੈਂਦੇ ਨੇ। ਉਹ ਵੀ ਲੋਕ ਨੇ ਜਿਹੜੇ ਲੱਖਾਂ ਰੁਪਈਆ ਪਾਉਣ 'ਤੇ ਹੀ ਖਰਚ ਕਰ ਦਿੰਦੇ ਨੇ। ਪੇਟ ਹੀ ਇਹ ਸਾਡੀਆਂ ਮੁੱਢਲੀਆਂ ਲੋੜਾਂ ਤਨ ਦੀਆਂ ਨੇ। ਪਰ ਜਦੋਂ ਮਨੁੱਖ ਖਵਾਇਸ਼ਾਂ ਵੱਲ ਜਾਂਦਾ ਹੈ, ਯਾਦ ਰੱਖਿਓ ਮਨ ਦੀਆਂ ਖਾਹਿਸ਼ਾਂ ਕਦੀ ਖਤਮ ਨਹੀਂ ਹੁੰਦੀਆਂ। ਜੇ ਮਨ ਦੀਆਂ ਖਾਹਿਸ਼ਾਂ ਨੂੰ ਖਤਮ ਕਰਨਾ, ਉਹਦੇ ਵਾਸਤੇ ਹੁਣ ਮਨ ਤੇ ਸੂਖਸ਼ਮ ਹੈ, ਮਨ ਨਜ਼ਰ ਨਹੀਂ ਆਉਂਦਾ। ਉਹਦੇ ਵਾਸਤੇ ਸੂਖਸ਼ਮ ਤੁਹਾਨੂੰ ਪਰਮਾਤਮਾ ਦੇ ਸ਼ਬਦ ਦੀ ਲੋੜ ਪੈਣੀ ਹੈ। ਅਸੀਂ ਕੀ ਕਰਦੇ? ਖਵਾਇਸ਼ ਮਨ ਦੀ ਖਤਮ ਕਰਨੀ ਹੈ। ਚਲੋ ਇਸ ਸ਼ਬਦ 'ਚ ਕਨਸੈਪਟ ਆਉਣਾ, ਇਹ ਉਦੋਂ ਸਪਸ਼ਟ ਹੋ ਜਾਏਗਾ। ਖਵਾਇਸ਼ ਮਨ ਦੀ ਖਤਮ ਕਰਨੀ ਹੈ ਤੇ ਉਹਦੇ ਵਾਸਤੇ ਜਿਹੜਾ ਫਾਰਮੂਲਾ ਲਾਇਆ ਜਾ ਰਿਹਾ, ਉਹ ਤਨ ਦਾ ਲਾਇਆ ਜਾ ਰਿਹਾ ਹੈ। ਕੀ ਕੀਤਾ ਜਾ ਰਿਹਾ? ਮਨੁੱਖ ਪੁੱਠਾ ਲੜਕ ਰਿਹਾ ਹੈ। ਇਸ ਸ਼ਬਦ 'ਚ ਆਉਣਾ ਹੈ ਕੋਈ ਤਪ ਕਰ ਰਿਹਾ, ਕੋਈ ਸਾਧਨਾ ਕਰ ਰਿਹਾ ਹੈ। ਕਸ਼ਟ ਤੇ ਤੂੰ ਸਰੀਰ ਨੂੰ ਦੇ ਰਿਹਾ ਨਾ। ਸਰੀਰ ਨੂੰ ਕਸ਼ਟ ਦੇਣ ਦੇ ਨਾਲ ਮਨ ਦੀ ਖਾਹਿਸ਼ ਥੋੜ੍ਹੀ ਮੁੱਕਣੀ ਹੈ। ਤੂੰ ਤਪ ਕੀਤਾ,
घर दे नालों ख्वाहिश टुटी, मन हुण कहंदा कि लोग तैनूं कहण बड़ा तगड़ा तपीए, ख्वाहिश तो फिर पैदा हो गई, ख्वाहिश फिर पैदा हो गई। तू घर छड्डिया, जंगल 'च बैठ गया, घर का मोह त्याग गया, हुण इत्थे ख्वाहिश पैदा हो गई मेरे को रिधियां सिद्धियां आउण, लोग मेरा डर रखण, ख्वाहिश तो फिर पैदा, फस तो फिर तू उत्थे दा उत्थे ही गया ना। मैं इहनूं इउं कहना ना, एक जहर है तुसीं सीधा खांदे जे, एक जहर तुसीं खीर 'च मिला के खा जांदे जे। मरना दोवां तरीकिਆਂ ਦੇ ਨਾਲ ही है। कोई आखे नहीं जी मैं तो खीर खा रहा, खीर 'ਚ भी जहर है, उदां भी जहर है। मन ख्वाहिश साडी मन की खत्म होनी सी, पर असी मन की ख्वाहिश खत्म करने की बजाय शब्द के वाल तुरन की बजाय बाहरी चीज़ों वाल तुरे। असी जंगलों के भटके, असी मंदिरों मस्जिदों माफ़ करना गुरुद्वारियां के भटके, असी फिजिकल इन्ना क तन नूं कष्ट दे दिता कि लोग धर्म तो जिहड़ा सी वो पासा मोड़न लग पे भी इन्ना औखा धर्म बना के रख दिता है। बिल्कुल सौखा सी, काम बड़ा सौखा सी कि चालांगे उठ नाम जप निसबासर आराध कारा तुझे ना व्यापी नानक मिटे। उपाद सारे जिहड़े उपाधियां दे तुख सन, जिहड़े आद ब्याद उपाद सारे खत्म हो जाने सी बह के नाम जप लैंदा ते नाम जपण वाले पासे तुरिया नहीं। भगत कबीर साहब कह लगे ताते सेवी अले राम ना कहते भलिया तू परमात्मा का नाम जप, तेरा इन्ने भला करना है। ताते सेवी अले राम ना रसना राम नाम, कह लगे तेरी रसना ते परमात्मा का नाम। हुण जपना किवें है? हित जाके, हित का अर्थ हुंदा हितू, हितू का अर्थ करांगे प्रेम प्यार। कहते परमात्मा का नाम जपी, पर जपी प्यार दे नाल, जपी दिलों, जिहड़ा जपी भावना दे नाल, जपी भावना दे नाल प्रेम दे नाल कीती होई बंदगी ही प्रमाण है। साच कहूँ सुन लेहो सबे जिन प्रेम कियो तिन ही प्रभ पायो। ये भावना दे नाल जपया जाना है। रसना राम नाम हित जाकै, जिस दिन अंदर प्रेम पैदा हो गया, बंदगी पैदा हो गई, कह लगे कहा करे जमना। इत्थे जमना का अर्थ जमना नदी नहीं, इत्थे जमना का अर्थ है जम। कहते उत्थे जम की करनगे जो अंदर बंदगी आ गई। जो बंदगी आती है फिर गुरु अर्जुन साहब जी कहते हैं, कह लगे धर्म राय अब कहा करेगो जो फाटियो सगरों लेखा। जिस वेले सारे लेखे ही पाड़ गए तुहाडे, जिस वेले लेखा जोखा जिहड़ा सी चंगे माड़े का विचार ही खत्म हो गई, उस दिन फिर धर्मराज का कॉन्सैप्ट ही नहीं रह जाता। उत्थे धर्म के नाल धर्मराज के नाल संबंध ही कोई नहीं रह जाता। सो सतगुरु जी की अमृत बाणी दे विच अज भगत कबीर साहब जी इहो गल समझा रहे हैं, भलिया जे मरना है तो शब्द के नाल मर। लोगों ने मरन का यतन किया पर वो बाहरी तौर के उत्ते मरे, किवें किवें मरदे रहे उसका जिक्र भगत कबीर साहब जी समुचे शब्द च कर रहे हैं। कह लगे आसा आसा ये राग है। जोगी जति तपी सन्यासी बहु तीरथ भ्रमना। जोगी जिहड़े घरां नूं छड्ड के जंगलों के विच जाग बैठे उन्हां दी गल है। वैसे कल योग का अर्थ मैं मिलाप भी कीता सी, इत्थे जोगी का अर्थ है वो योग मत नूं धारण करने वाले लोग। जोगी जति, जति का अर्थ होंदा अपने आप नूं इंद्रियां नूं विकारां वल्लों रोकना। ये ब्रह्मचारी जिन्हों कह दईए जिहड़े कहिंदे कि असीं विआह नहीं कराउंदे। जोगी जति तपी जिहड़े तप साधदे ने, जिवें पुट्ठा लटक जाना, पानी विच बैठ जाना, धूणियां ला के बैठ जाना। तप साधे इस वास्ते जाते हैं कि मन टिक जाए। मन जिवें हुणे अर्ज की, मन दूसरे पासे घूमदा फिरदा कि मैनूं लोक वेख किन्ने करे ने। जोगी जति तपी सन्यासी, जिन्हां ने संसार तो सन्यास लिया होया है, जिन्हां ने बाईकाट संसार का किया होया, जिन्हां दा संसार दे नाल कोई लैना देना नहीं। सन्यासी लोग जोगी जति तपी सन्यासी। हुण ये हैगे ते सारे धर्म ही ने, काम तो धर्म दे कर रहे हैं ना। संसार दे नाल इउं कहदा कि तीला भन्न के कख भन्न के भी दूरा नहीं करते। ना जोगी घर च वड़दा है, ना जति वड़दा है, ना तपी, ना सन्यासी। कहंदे असीं ते अपने कामां नूं चले। अगे शब्द है बहुत तीर्थ भ्रमना। कुछ लोग इहो ਜਿਹੇ ने जिहड़े धरती का भ्रमण करते हैं, कभी इस मंदिर च गए, कभी किते गए, कभी किते। साडे भी सिख ने ज्यों तुरदे ने सारी साल यात्रा ही नहीं इन्हां दियां मुक्कदियां। मैं यात्रा के खिलाफ नहीं, पर एक गल याद रखियो, जे तुसीं किते भी यात्रा करन जांदे ने उत्थों दा सिद्धांत लैके आओ। अज लखां वार असीं आनंदपुर साहिब की धरती ते जाने आ, जिहड़ा असीं रुंड मुंड के आनंदपुर साहिब की धरती ते जाया जांदा। ना जाण वेले मूँह ते दाड़ा हुंदा, ना आउण वेले दाड़ा हुंदा। तेरा आनंदपुर साहिब जाए दा की फायदा? आनंदपुर तो तेनों अमृत मिलिया सी, पर तेनों कई साल हो गए आनंदपुर साहिब जांदे, अमृत तो तेनों अज तक नहीं मिलिया। ਜਾਂ तू जा रहा नहीं रहा, ਜਾਂ तेरे को पहुँचा नहीं जा रहा, किते ना किते गलती है, ਜਾਂ गलत एड्रैस है, ਜਾਂ तेनों उत्थों कुछ मिल नहीं रहा। ये वेखना पवेगा सानू। चलो ये एक वखरा कॉन्सैप्ट है। अज गुरु घर केवल तो केवल पिकनिक का साधन बन चुके हैं, इस तो वध होर कुछ नहीं। गुरु घर जाओ, एक बार आनंदपुर साहिब जा, उत्थों अमृत की दात लैके आ जा। चमकौर साहिब जा, तेनों पता लगे आपा किवें कुर्बान करना है। सरहंद जा,
ਤੈਨੂੰ ਪਤਾ ਲੱਗ ਜਾਵੇ ਕਿ ਛੋਟੀ ਉਮਰ ਦੇ ਵਿੱਚ ਸਿੱਖੀ ਨੂੰ ਜਿਹੜਾ ਕਿਵੇਂ ਪ੍ਰੇਮ ਕੀਤਾ ਜਾ ਸਕਦਾ ਹੈ। ਪਰ ਅਸੀਂ ਹਰ ਸਾਲ ਜਾਂਦੇ ਹਾਂ, ਪੱਲੇ ਸਾਡੇ ਕੁਛ ਵੀ ਨਹੀਂ ਪੈਂਦਾ। ਮੈਂ ਇਹੋ ਜਿਹੇ ਨੌਜਵਾਨ ਵੇਖੇ ਨੇ, ਚਲੋ ਗੱਲ ਨੂੰ ਨੇੜੇ ਰੱਖਾਂ, ਉਹ ਨਾਈਆਂ ਕੋ ਜਾ ਕੇ ਕਹਿਣਗੇ ਜੀ ਥੋੜ੍ਹਾ ਜਿਹਾ ਚੰਗੀ ਤਰ੍ਹਾਂ ਮੂੰਹ ਸਿਰ ਨੂੰ ਰਗੜਦੇ, ਮੈਂ ਆਨੰਦਪੁਰ ਦੇ ਮੇਲੇ ਜਾਣਾ ਹੈ। ਤੇ ਭਲਿਆ ਜੇ ਮੂੰਹ ਸਿਰ ਹੀ ਰਗੜਨਾ ਤੇ ਕਿਤੇ ਘੁੰਮਣ ਫਿਰਨ ਆ ਸਮਾਂ ਬੜਾ ਵਧੀਆ ਨਾ, ਚਲੋ ਹੋਲੇ ਮਹੱਲੇ ਤੇ ਅਸੀਂ ਜਾਣਾ, ਕਿਤੇ ਹੋਰ ਘੁੰਮਣ ਚੱਲ ਜਾਓ, ਡਲਹੌਜੀ ਚੱਲ ਜਾਓ, ਮੈਂ ਕੱਲ੍ਹ ਜ਼ਿਕਰ ਕੀਤਾ ਸੀ ਦੇਹਰਾਦੂਨ ਚੱਲ ਜਾਓ, ਸ਼ਿਮਲੇ ਚੱਲ ਜਾਓ, ਬਥੇਰੀਆਂ ਘੁੰਮਣ ਨੂੰ ਜਗ੍ਹਾ ਨੇ, ਜ਼ਰੂਰ ਇਹੋ ਜਿਹੇ ਥਾਂ ਤੇ ਜਾਣਾ ਹੈ। ਜੇ ਜਾ ਕੇ ਉੱਥੇ ਇਹੋ ਜਿਹੇ ਕਰਮ ਕਰਨੇ ਨੇ, ਮੈਨੂੰ ਮਾफ़ ਕਰਨਾ, ਉਹਨੂੰ ਗੁਰੂ ਪ੍ਰਵਾਨ ਨਹੀਂ ਜੇ ਕਰਦਾ। ਸਤਿਗੁਰ ਕਹਿ ਲਗੇ ਬਹੁ ਤੀਰਥ ਭ੍ਰਮਣਾ, ਤੂੰ ਤੀਰਥਾਂ ਦੇ ਭਰਮਣ ਕਰਦਾ ਰਿਹਾ, ਫਿਰਦਾ ਰਿਹਾ। ਲੁੰਜਿਤ ਮੁੰਜਿਤ, ਲੁੰਜਿਤ ਦਾ ਅਰਥ ਹੈ ਸਰੇਵੜੇ। ਇਹ ਜੈਨੀ ਲੋਕ ਕੀ ਕਰਦੇ ਨੇ, ਇਹ ਸ਼ਬਦ ਬਣਿਆ ਨਹੀਂ ਲੁਚਿਤ ਤੋਂ। ਲੁਚਿਤ ਦਾ ਅਰਥ ਹੈ ਜਿਹੜੇ ਆਪਣੇ ਵਾਲਾਂ ਨੂੰ ਕੁੰਦੇ ਨੇ। ਹੁਣ ਜਿਹੜੇ ਸਰੇਵੜੇ ਨੇ, ਜੈਨੀ ਨੇ, ਇਹ ਕੀ ਕਰਦੇ ਨੇ, ਇਹ ਆਪਣੇ ਸਰੀਰ ਤਾਂ ਇਹ ਸਿਰ 'ਤੇ ਵਾਲ ਨਹੀਂ ਕੋਈ ਰਹਿਣ ਦਿੰਦੇ, ਇਹ ਕੱਟਦੇ ਨਹੀਂ। ਇਹ ਕੀ ਕਰਦੇ ਨੇ, ਭਖਦੇ ਹੋਏ ਅੰਗਿਆਰ ਲੈ ਕੇ ਨਾ, ਸਵਾਹ ਗਰਮ ਲੈ ਕੇ ਉਹਨੂੰ ਸਿਰ 'ਚ ਪਾ ਕੇ ਤੇ ਕੱਲਾ ਕੱਲਾ ਵਾਲ ਪੁੱਟਦੇ ਨੇ। ਤੁਸੀਂ ਸੋਚੋ ਕਿੰਨੀ ਕੁ ਦਰਦ ਹੁੰਦੀ ਹੋਵੇਗੀ। ਇਹ ਬੜਾ ਇਦਾਂ ਦਾ ਧਰਮ ਹੈ, ਕੱਲੇ ਕੱਲੇ ਨੂੰ ਵਾਲ ਨੂੰ ਪੁੱਟਦੇ ਨੇ। ਇਹ ਜੈਨੀ ਲੋਕ ਨੇ, ਉਹਨਾਂ ਲਈ ਸ਼ਬਦ ਇੱਥੇ ਲੁੰਜਿਤ ਵਰਤਿਆ ਗਿਆ ਹੈ। ਵੈਸੇ ਮਹਾਨ ਕੋਸ਼ ਨੇ ਅਸਲੀ ਰੂਪ ਇਹਦਾ ਲੁੰਜਿਤ ਦਿੱਤਾ ਹੈ, ਚੱਚੇ ਦੇ ਨਾਲ ਦਿੱਤਾ ਹੈ, ਬਾਣੀ 'ਚ ਲੁੰਜਿਤ ਆਇਆ ਹੈ। ਮੁੰਜਿਤ, ਮੁੰਜਿਤ ਦਾ ਅਰਥ ਹੈ ਮੁੰਜ ਹੁੰਦੀ ਆ। ਇਹ ਮੁੰਜ ਤੋਂ ਜਿਹੜੇ ਤਿਆਰ ਹੋਏ ਬਸਤਰ ਪਾਉਣ ਵਾਲੇ, ਇਹ ਬ੍ਰਹਮਚਾਰੀ ਕਹਿ ਦਈਏ, ਉਹ ਲੋਕ ਜਿਹੜੇ ਬ੍ਰਹਮਚਾਰੀ ਨੇ, ਜਿਹੜੇ ਘਰਾਂ ਨੂੰ ਛੱਡੀ ਫਿਰਦੇ ਨੇ, ਜੈਨੀ ਹੋਏ ਬ੍ਰਹਮਚਾਰੀ। ਮੋਨੀ ਲੋਕ ਜਿਹੜੇ ਕਹਿੰਦੇ ਨੇ ਕਿ ਅਸੀਂ ਚੁੱਪ ਕਰਕੇ ਬੈਠਿਆ, ਕਈ ਸਾਲ ਸਾਡੇ ਬਾਬਾ ਜੀ ਬੋਲਦੇ ਨੇ। ਹੁਣ ਬਾਣੀ ਕਹਿੰਦੀ ਹੈ ਮੂੰਹ ਚੁੱਪ ਕਰਨ ਦੇ ਨਾਲ ਅੰਦਰ ਦੀ ਚੁੱਪ ਤਾਂ ਨਹੀਂ ਨਾ ਹੋਣੀ। ਚੁੱਪ ਹੈ, ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਮੂੰਹ ਬੰਦ ਹੈ, ਮੂੰਹ ਤੇ ਗੂੰਗਿਆਂ ਦਾ ਵੀ ਬੰਦ ਹੁੰਦਾ ਹੈ, ਪਰ ਅੰਦਰ ਥੋੜ੍ਹੀ ਬੰਦ ਹੁੰਦਾ ਹੈ, ਅੰਦਰ ਉਹ ਫੁਰਨੇ ਚੱਲਦੇ ਰਹਿੰਦੇ ਨੇ। ਇੱਥੇ ਸਤਿਗੁਰੂ ਜੀ ਕਹਿ ਲਗੇ, ਭਗਤ ਕਬੀਰ ਸਾਹਿਬ ਕਹਿ ਲਗੇ ਲੁੰਜਿਤ ਮੁੰਜਿਤ ਮੋਨ ਜਟਾਧਰ। ਜਟਾਧਰ ਦਾ ਅਰਥ ਹੈ ਜੜਾਵਾਂ ਵਾਲੇ। ਜੜਾਵਾਂ ਜਿਹੜੀਆਂ ਨੇ, ਇਹ ਜੋਗੀ ਲੋਕ ਕੀ ਕਰਦੇ ਨੇ, ਬੋੜ ਦਾ ਦੁੱਧ ਸਿਰ 'ਚ ਪਾਉਂਦੇ ਨੇ। ਬੋੜ ਵੇਖਿਆ ਨਾ, ਉਹਦੇ ਪੱਤੇ ਨੂੰ ਤੋੜ ਕੇ ਦੁੱਧ ਨਿਕਲਦਾ, ਟਾਹਣੀਆਂ ਤੋੜ ਕੇ ਉਹਨੂੰ ਸਿਰ ਦੇ ਵਿੱਚ ਪਾਇਆ ਜਾਂਦਾ, ਉਹਦੇ ਨਾਲ ਵਾਲ ਜੰਮ ਜਾਂਦੇ ਨੇ, ਉਹ ਤੋਂ ਜੜਾਵਾਂ ਬਣ ਜਾਂਦੀਆਂ ਨੇ। ਤੇ ਜਿੰਨੇ ਕਦੀ ਸਿਰ ਨਹੀਂ ਧੋਣਾ ਤੇ ਅਸੀਂ ਉਹਨੂੰ ਬਾਬਾ ਕਹਿੰਦੇ ਫਿਰਦੇ ਹਾਂ। ਦੇਖੋ ਕਿਹੋ ਜਿਹੇ ਸਾਡੇ ਅਸੂਲ ਬਣ ਗਏ। ਜਿੰਨੇ ਸਿਰ 'ਚ ਬੋੜ ਦਾ ਦੁੱਧ ਪਾ ਕੇ ਜੜਾਵਾਂ ਬਣਾਈਆਂ, ਅਸੀਂ ਉਹਨਾਂ ਦੇ ਪੈਰਾਂ ਤੇ ਡਿਰਦੇ ਫਿਰਦੇ ਹਾਂ। ਉਹਨੂੰ ਸ਼ੈਂਪੂ ਲੈ ਕੇ ਦਿਓ, ਭਲਿਆ ਜਾ ਕੇ ਸਿਰ ਨਹਾ ਤੇ ਤੇਰਾ ਕੰਮ ਨਿਬੜੇ। ਜਿਹੜਾ ਸਿਰ ਨੂੰ ਸਾਹ ਵੀ ਨਹੀਂ ਸਕਦਾ, ਇਹੋ ਜਿਹੇ ਨੂੰ ਕਰਨਾ ਵੀ ਕੀ ਹੈ। ਇੱਕ ਲੁੰਜਿਤ ਮੁੰਜਿਤ ਮੋਨ ਜਟਾ ਧਰ ਅੰਤ ਤਉ ਮਰਨਾ। ਭਗਤ ਕਬੀਰ ਸਾਹਿਬ ਕਹਿ ਲਗੇ ਭਲਿਆ ਅੰਤ ਨੂੰ ਤੁਸੀਂ ਸਾਰਿਆਂ ਨੇ ਮਰ ਜਾਣਾ ਹੈ। ਨਾ ਕੌਣ ਜੀ, ਜੋਗੀ ਜਪਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਣਾ। ਜੋਗੀ ਜਤੀ ਤਪੀ ਸੰਨਿਆਸੀ ਤੇ ਤੀਰਥਾਂ ਤੇ ਭਰਮਣ ਕਰਨ ਵਾਲੇ ਲੋਕ ਲੁੰਜਿਤ ਮੁੰਜਿਤ ਮੋਨ ਜਟਾ ਧਰ। ਜਿਹੜੇ ਜੈਨੀ ਬੋਧੀ ਸਰੇਵੜੇ ਜਿਹੜੇ ਨੇ, ਤੇ ਜਿਹੜੇ ਬ੍ਰਹਮਚਾਰੀ ਨੇ, ਜਟਾਧਾਰੀ ਜੋਗੀ ਨੇ, ਅੰਤ ਤੋਂ ਮਰਨਾ। ਇਹਨਾਂ ਨੇ ਸਾਰਿਆਂ ਨੇ ਅਖੀਰ ਨੂੰ ਇੱਕ ਦਿਨ ਨੂੰ ਮਰ ਜਾਣਾ ਹੈ। ਇਹਦਾ ਭਾਵ ਅਰਥ ਆਪਾਂ ਅਖੀਰ ਤੇ ਕੱਢਾਂਗੇ। ਕਹਿਣ ਲੱਗੇ ਤਾਤੇ ਸੇਵੀ ਵਾਲੇ ਰਾਮ ਨਾ ਕਹਿੰਦੇ, ਇਸ ਕਰਕੇ ਭਲਿਆ ਰੱਬ ਦਾ ਨਾਮ ਜਪ। ਹੁਣ ਤੁਸੀਂ ਦੱਸੋ, ਕੱਲਾ ਕੱਲਾ ਵਾਲ ਪਟਾਉਣਾ ਸੌਖਾ ਹੈ ਕਿ ਬੈਠ ਕੇ ਜਿਹੜਾ ਹੈ ਉਹ ਬੰਦਗੀ ਕਰਨੀ ਸੌਖੀ ਹੈ? ਮੈਂ ਇਹਨਾਂ ਦੀ ਇੱਕ ਗੱਲ ਕਾਫੀ ਸਮਾਂ ਪਹਿਲਾਂ ਵੀ ਸਾਂਝੀ ਕੀਤੀ ਸੀ। ਇੱਕ ਅੰਮ੍ਰਿਤ ਪੰਕਤੀ ਆਉਂਦੀ ਹੈ ਜੀ ਬਾਣੀ ਦੇ ਵਿੱਚ, ਫੋਲ ਫਦੀਹਤ ਮੋਹ ਲੈਣ ਪੜਾਸਾਂ ਪਾਣੀ ਦੇਖ ਸੰਗਾਈ। ਇਹ ਜਿਹੜੇ ਪਖਾਨੇ ਜਾ ਕੇ, ਟੋਇਲਟ ਜਾ ਕੇ ਨਾ, ਜਦੋਂ ਖੇਤਾਂ 'ਚ ਜਾਂਦੇ ਹੁੰਦੇ ਸੀ, ਉਦੋਂ ਆਪਣੀ ਗੰਦਗੀ ਨੂੰ ਤੀਲਿਆਂ ਦੇ ਨਾਲ ਫੋਲਦੇ ਹੁੰਦੇ ਸੀ, ਵਿੱਚ ਕੋਈ ਜੀਵ ਨਾ ਮਰ ਜੇ। ਇਹੋ ਜਿਹਨੂੰ ਤੁਸੀਂ ਧਰਮ ਆਖੋਗੇ? ਕਿਹੜਾ ਕੰਮ ਸੌਖਾ? ਇਹ ਕੰਮ ਸੌਖਾ ਕਿ ਬੰਦਗੀ ਕਰਨੀ ਸੌਖੀ ਹੈ? ਕਹਿ ਲਗੇ ਅੰਤ ਤਉ ਮਰਨਾ, ਮਰ ਸਾਰਿਆਂ ਨੇ ਜਾਣਾ ਅਖੀਰ ਨੂੰ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿ ਲਗੇ ਤਾਤੇ ਸੇਵੀ ਵਾਲੇ ਰਾਮ ਨਾ ਕਹਿੰਦੇ, ਇੰਨਾ ਚੱਕਰਾਂ 'ਚ ਪੈਣ ਨਾਲੋਂ ਘਰ ਬਹਿ ਕੇ ਨਾਮ ਰੱਬ ਕਰਿਆ ਕਰ, ਨਾਮ ਜਪਿਆ ਕਰ। ਰਸਨਾ ਰਾਮ ਨਾਮ, ਤੇਰੀ ਰਸਨਾ ਦੇ ਪ੍ਰਮਾਤਮਾ ਦਾ ਨਾਮ ਹੋਵੇ। ਹਿੱਤ ਜਾ ਕੇ ਹਿਰਦੇ ਵਿੱਚ ਪ੍ਰਮਾਤਮਾ ਦੇ ਲਈ ਪ੍ਰੇਮ ਹੋਵੇ। ਕਹਾ ਕਰੈ ਜਮਣਾ, ਮੈਨੂੰ ਦੱਸ ਫਿਰ ਜਮ ਤੈਨੂੰ ਕਿੱਥੋਂ ਮੰਗਾਰੇਗਾ? ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਟਿਕਿਆ ਹੋਇਆ। ਰਹਾਓ ਅੱਗੇ ਸ਼ਬਦ ਹੈ ਆਗਮ ਨਿਰਗਮ ਜੋਤਿਕ ਜਾਣੈ ਬਹੁ ਵਿਆਹ ਕਰਨਾ। ਆਗਮ ਦਾ ਅਰਥ ਹੈ ਜੀ ਸ਼ਾਸਤਰ, 6 ਸ਼ਾਸਤਰ ਨੇ। ਨਿਰਗਮ ਦਾ ਅਰਥ ਹੈ ਵੇਦ, 4 ਵੇਦ ਨੇ। ਜੋਤਿਕ ਦਾ ਅਰਥ ਹੈ ਜੋਤਿਸ਼ ਵਿਦਿਆ। ਚਲੋ ਆ ਜੋਤਿਸ਼ ਵਿਦਿਆ ਤਾਂ ਸਾਨੂੰ ਸਾਰਿਆਂ ਨੂੰ ਪਤਾ ਨਾ, ਹੱਥ ਤੇ ਆਪਾਂ ਸਾਰੇ ਵਿਖਾਉਂਦੇ ਫਿਰਦੇ ਹਾਂ। ਕਹਿਣ ਲੱਗੇ ਆਗਮ ਨਿਰਗਮ ਜੋਤਿਸ਼ ਜਾਣੈ। ਜਿਹੜੇ ਲੋਕ ਵੇਦਾਂ ਨੂੰ ਜਾਣਦੇ ਨੇ, ਸ਼ਾਸਤਰਾਂ ਨੂੰ ਜਾਣਦੇ ਨੇ, ਜੋਤਿਸ਼ ਵਿਦਿਆ ਨੂੰ ਜਾਣਦੇ ਨੇ। ਬਹੁ ਵਿਆਹ ਕਰਨਾ, ਵਿਆਕਰਨ ਗ੍ਰੈਮਰ। ਜਿਹੜੇ ਲੋਕ ਇਹਨਾਂ ਚੀਜ਼ਾਂ ਦੀ ਗ੍ਰੈਮਰ ਨੂੰ ਜਾਣਦੇ ਨੇ, ਵਿਆਕਰਨ ਨੂੰ ਭਾਵ ਕਠਨ ਤੋਂ ਕਠਨ ਵਿਦਿਆ ਨੂੰ ਜਾਣਦੇ ਨੇ। ਤੰਤ ਮੰਤਰ ਸਭ ਔਖਦ ਜਾਣੈ। ਮੰਤਰ ਦਾ ਅਰਥ ਹੁੰਦਾ ਇਹ ਮੰਤਰ ਕਰਕੇ, ਸ਼ਬਦ ਕਰਕੇ ਦੇਣਾ। ਤੰਤ ਦਾ ਅਰਥ ਹੈ ਜਾਦੂ ਟੂਣੇ ਵਾਲਾ, ਜਿਹਨੂੰ ਕਾਲਾ ਇਲਮ ਕਹਿ ਦਿੰਦੇ ਆ।
अज भी बड़ा अखबारां ते आउंदा है कीता कराया जिहड़ा 100% गारंटी इदां दे आउंदे ने बड़ियां, उन्हां बारे किहा गया है। ये तंत मंत्र सब औखद, औखद दा अर्थ दवाई, वो लोग जिहड़े जादू टूणे करने जानते हैं, जिहड़े जंतर मंतर करने जानते हैं, फूका मारनियां जानते हैं, औखद अर्थ दवाई, जिन्हां नूं दवाइयां दे बारे जानकारी है, जिन्होंने दवाइयां बारे अज तो चलो मैडिकल साइंस बड़ी एडवांस हो गई साडी, पुराने समय दे विच वेद जिहड़े वैद हुंदे सन बड़े बड़े सुलझे हुए तो बहुत बहुत टावे टावे हुंदे सन, उन्होंने सर्च करनी बड़ी औखी हुंदी सी उदों, जिन्होंने जड़ियां बूटियां की जानकारी सी, किहड़ी दवाई कित्थे लगनी है, किवें वरतनी है, तंत मंत्र सब औखद जाने अंत तऊ मरना, कहिंदे एक दिन नूं तू भी मर जाना है, भावें जिन्ने मर्जी जादू टूणे करी जा, जिन्ने मर्जी दवाइयां बूटियां लाई जा, जिस दिन तेरी मौत आउणी बचना तू भी कोई नहीं। अगे बचन है कह लगे राज भोग अर छत्र सिंघासन, बहुत सुंदर रमना, राज जिहड़ा राज भाग करता होवे, भोग का अर्थ है मौज, हुण जिहदे कोल खुला पैसा वो मौजां ते उन्हें आपे करनियां, राज भोग अर छत्र सिर दे उत्ते छत्र झुलदा होवे, सिंघासन बैठण वास्ते कीमती सिंघासन होवे, भाव राज गद्दी दा मालक होवे, बहुत सुंदर रमना, रमना का अर्थ हुंदा भोगना, सुंदर का अर्थ है सुहप्पन, भाव अर्थ करांगे तेरी जिहड़ी धर्म पत्नी है सुहप्पन वाली तेरे कोल इस्त्री भी होवे, बहुत सुंदर रमना, पान, पाना दे बीड़े जिहड़े लोग पान खांदे ने, अज भी तुसीं कई थावां ते वेखिया होवेगा, कपूर, एक कपूर जी एक वृक्ष तो बनता है, ਉਹਦੇ ਵਿੱਚੋਂ एक लिक्विड निकलता है, एक वृक्ष ਦੇ ਵਿੱਚੋਂ कपूर ਦਾ वृक्ष ਹੁੰਦਾ है, ਤੇ ਉਹਨੂੰ ਜਮਾ ਕੇ ਨਾ ਇਹ ਚਿੱਟੇ ਜਿਹੇ ਰੰਗ ਦਾ ਤਰਲ ਪਦਾਰਥ ਬਣ ਜਾਂਦਾ। ਕਈ ਮੁਸ਼ਕਪੂਰ ਦੀਆਂ ਟਿੱਕੀਆਂ ਵੀ ਤੁਸੀਂ ਵੇਖੋਗੇ, ਇਹ ਪੂਜਾ ਦੇ ਵਿੱਚ ਵੀ ਵਰਤਿਆ ਜਾਂਦਾ, ਜੱਗ ਦੇ ਵਿੱਚ ਵੀ ਵਰਤਿਆ ਜਾਂਦਾ, ਖਾਣ ਦੇ ਵਿੱਚ ਵੀ ਵਰਤਿਆ ਜਾਂਦਾ। ਆਪਾਂ ਚਲੋ ਡੰਗਰਾਂ ਨੂੰ ਵੀ ਕਈ ਵਾਰੀ ਦਿੰਦੇ ਹਾਂ, ਇਹ ਠੰਡਾ ਹੁੰਦਾ, ਇਹਦੀ ਤਸੀਰ ਠੰਡੀ ਤੇ ਖੁਸ਼ਕ ਹੁੰਦੀ ਹੈ। ਕਿ ਨਜ਼ਲੇ ਦੇ ਉੱਤੇ ਜ਼ੁਕਾਮ ਦੇ ਉੱਤੇ ਭਾਈ ਕਾਨ ਸਿੰਘ ਨਾਭਾ ਹੋਣਾ ਲਿਖਿਆ, ਇਹ ਬੜੇ ਥਾਵਾਂ ਤੇ ਕੰਮ ਆਉਂਦਾ, ਚੰਗਾ ਹੁੰਦਾ। ਵੈਸੇ ਕਹਿਣ ਲੱਗੇ ਪਾਨ ਕਪੂਰ, ਉਹ ਲੋਕ ਜਿਹੜੇ ਪਾਨਾਂ ਦੇ ਬੀੜੇ ਤੇ ਕਪੂਰਾਂ ਦੀਆਂ ਟਿੱਕੀਆਂ ਖਾਂਦੇ ਨੇ। ਸੁਬਾਸਕ ਚੰਦਨ, ਬਹੁਤ ਵਧੀਆ ਸੁਗੰਧੀ ਵਾਲੇ ਪਰਫਿਊਮ ਕਹਿ ਲਈਏ ਅੱਜ ਦੇ ਹਿਸਾਬ ਨਾਲ, ਚੰਗੇ ਵਧੀਆ ਵਧੀਆ ਪਰਫਿਊਮ। ਚੰਦਨ, ਚੰਦਨ ਦਾ ਲੇਪਨ ਮੱਥੇ ਤੇ ਕੀਤਾ ਜਾਂਦਾ, ਇਹ ਵੀ ਠੰਡਾ ਹੁੰਦਾ ਹੈ, ਇਹਦੀ ਤਸੀਰ ਠੰਡੀ ਹੈ। ਕਹਿ ਲਗੇ ਉਹ ਲੋਕ ਜਿਹੜੇ ਚੰਦਨ ਦਾ ਲੇਪਨ ਕਰਦੇ ਨੇ, ਚੰਗੀ ਚੰਗੀ ਸੁਗੰਧੀਆਂ ਤਨ ਤੇ ਲਾਉਂਦੇ ਨੇ, ਅੰਤ ਤੋਂ ਮਰਨਾ, ਇਹਨਾਂ ਸਾਰਿਆਂ ਨੇ ਵੀ ਅਖੀਰ ਨੂੰ ਮਰ ਜਾਣਾ ਹੈ। ਅੱਗੇ ਕਹਿ ਲਗੇ ਵੇਦ ਪੁਰਾਣ ਸਿਮਰਤ ਸਭ ਖੋਜੇ, ਆ ਭਗਤ ਕਬੀਰ ਸਾਹਿਬ ਜੀ ਨਿਰਣਾ ਦੇ ਰਹੇ ਨੇ। ਕਹਿਣ ਲੱਗੇ ਮੈਂ ਵੇਦਾਂ ਨੂੰ ਵੀ ਖੋਜਿਆ, ਪੁਰਾਣਾਂ ਨੂੰ ਵੀ ਖੋਜਿਆ, ਭਾਵ ਹਿੰਦੂ ਤੇ ਇਸਲਾਮੀ ਮਤ ਦੇ ਸਾਰੇ ਗ੍ਰੰਥਾਂ ਨੂੰ ਖੋਜਣ ਦਾ ਯਤਨ ਕੀਤਾ। ਵੇਦ ਪੁਰਾਣ ਸਿਮਰਤ 27 ਸਿਮਰਤੀਆਂ 18 ਪੁਰਾਣ 4 ਵੇਦ ਸਭ ਖੋਜੇ, ਸਾਰਿਆਂ ਨੂੰ ਖੋਜਣ ਦਾ ਯਤਨ ਕੀਤਾ। ਕਹੂ ਨਾ ਉਬਰਨਾ, ਉਭਰਨਾ ਦਾ ਅਰਥ ਉਗੜਨਾ, ਇਹਨਾਂ ਤੋਂ ਬਚ ਜਾਣਾ। ਕਹਿੰਦੇ ਮੈਂ ਸਾਰਾ ਕੁਝ ਖੋਜ ਕੇ ਵੇਖ ਲਿਆ, ਪਰ ਕਿਤੇ ਵੀ ਮੈਨੂੰ ਇਹ ਚੀਜ਼ ਨਹੀਂ ਮਿਲੀ ਕਿ ਜਦੋਂ ਮੌਤ ਆਵੇ ਤੇ ਮੌਤ ਤੋਂ ਬਚਣਾ ਕਿੱਦਾਂ ਹੈ। ਦੇਖੋ 3 ਬੰਦ ਆਪਾਂ ਪਿੱਛੇ ਪੜ੍ਹੇ ਨੇ, ਮੈਂ ਸਮਾਂ ਹੋ ਗਿਆ ਸਮਾਪਤੀ ਕਰਾਂ। ਇਹਨਾਂ 3 ਬੰਦਾਂ ਦੇ ਵਿੱਚ ਜੋਗੀ ਜਤੀ ਸੰਨਿਆਸੀਆਂ ਦਾ ਜ਼ਿਕਰ ਕੀਤਾ, ਮੋਨੀਆਂ ਦਾ ਜ਼ਿਕਰ ਕੀਤਾ, ਜਟਾਧਾਰੀਆਂ ਦਾ ਜ਼ਿਕਰ ਕੀਤਾ। ਉਸ ਤੋਂ ਬਾਅਦ ਜਿਨ੍ਹਾਂ ਨੇ ਇਹ ਜੋਤਿਸ਼ ਵਿਦਿਆ ਪੜ੍ਹੀ, ਵੇਦਾਂ ਨੂੰ ਪੜ੍ਹਿਆ, ਉਹਨਾਂ ਦਾ ਜ਼ਿਕਰ ਕੀਤਾ। ਜਾਦੂ ਟੂਣਿਆਂ ਵਾਲਿਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਚੰਗੀਆਂ ਚੰਗੀਆਂ ਮੈਡੀਸਨ ਦਵਾਈਆਂ ਬਣਾਈਆਂ, ਉਹਨਾਂ ਦਾ ਜ਼ਿਕਰ ਕੀਤਾ। ਉਸ ਤੋਂ ਬਾਅਦ ਜਿਨ੍ਹਾਂ ਕੋਲ ਖੁੱਲ੍ਹਾ ਪੈਸਾ ਹੈ, ਰਾਜ ਭਾਗ, ਉਹਨਾਂ ਦਾ ਜ਼ਿਕਰ ਕੀਤਾ। ਜਿਨ੍ਹਾਂ ਨੇ ਤਨ ਨੂੰ ਸੁਗੰਧੀਆਂ ਲਾਈਆਂ, ਉਹਨਾਂ ਦਾ ਜ਼ਿਕਰ ਕੀਤਾ। ਕਹਿੰਦੇ ਸਾਰਿਆਂ ਨੂੰ ਪੁੱਛ ਕੇ ਵੇਖ ਲਿਆ ਮੈਂ, ਇਹਨਾਂ ਸਾਰਿਆਂ ਦੇ ਕੋਲੋਂ ਇਹ ਪੁੱਛ ਗਿੱਛ ਕਰਕੇ ਵੇਖ ਲਈ, ਪਰ ਇਹਨਾਂ ਦੇ ਕੋਲੋਂ ਕੋਈ ਵੀ ਇਹੋ ਜਿਹਾ ਹੱਲ ਨਹੀਂ ਨਿਕਲਿਆ ਜਿਹਦੇ ਨਾਲ ਮੌਤ ਤੋਂ ਬਚਿਆ ਜਾਵੇ, ਜਿਹੜੀ ਗੱਲ ਭਗਤ ਕਬੀਰ ਸਾਹਿਬ ਕਹਿਣਾ ਚਾਹੁੰਦੇ ਨੇ। ਕਹਿਣ ਲੱਗੇ ਉਸ ਤੋਂ ਬਾਅਦ ਮੈਂ ਖੁਦ ਕੀ ਕੀਤਾ ਜੀ, ਵੇਦ ਪੁਰਾਣ ਸਿਮਰਤ ਸਭ ਖੋਜੇ। ਕਹਿੰਦੇ ਸਾਰਿਆਂ ਵੇਦਾਂ ਨੂੰ, ਸਾਰਿਆਂ ਪੁਰਾਣਾਂ ਨੂੰ, ਸਿਮਰਤੀਆਂ ਨੂੰ ਖੋਜਣ ਦਾ ਯਤਨ ਕੀਤਾ ਵੀ ਇਹਦੇ 'ਚ ਕਿਤੇ ਨਾ ਕਿਤੇ ਲਿਖਿਆ ਹੋਵੇ। ਕਹੂ ਨਾ ਉਭਰਨਾ, ਕਹਿੰਦੇ ਮੈਨੂੰ ਕਿਤੇ ਵੀ ਨਹੀਂ ਲਿਖਿਆ ਮਿਲਿਆ ਕਿ ਭਲਿਆ ਮੌਤ ਤੋਂ ਬਚਣਾ ਤੇ ਇੱਦਾਂ ਬਚ। ਅਖੀਰ ਤੇ ਕਹਿ ਲਗੇ ਮੈਂ ਕੀ ਕੀਤਾ, ਕਹੋ ਕਬੀਰ, ਕਹਿੰਦੇ ਭਲਿਆ ਕਬੀਰ ਇਹ ਗੱਲ ਕਹਿੰਦਾ ਕਿ ਇਉਂ ਰਾਮੈ ਜੰਪਾਓ। ਕਹਿੰਦੇ ਤੈਨੂੰ ਇੱਕ ਗੱਲ ਦੱਸਾਂ, ਇਸ ਤਰੀਕੇ ਦੇ ਨਾਲ ਤੇਰੇ ਕੋਲ ਨਹੀਂ ਬਚਿਆ ਜਾਣਾ। ਜਿਹੜੇ ਉੱਤੇ ਤਰੀਕੇ ਦੱਸਣੇ, ਤੂੰ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦੇ, ਕੀ ਹੋਵੇਗਾ, ਮੇਟ ਜਨਮ ਮਰਨਾ। ਕਹਿੰਦੇ ਪਰਮਾਤਮਾ ਦਾ ਨਾਮ ਹੀ ਤੈਨੂੰ ਜਨਮ ਮਰਨ ਦੇ ਚੱਕਰਾਂ ਤੋਂ ਬਚਾ ਸਕਦਾ, ਹੋਰ ਕੋਈ ਵੀ ਚੀਜ਼ ਸਾਨੂੰ ਜਨਮ ਮਰਨ ਦੇ ਚੱਕਰਾਂ ਤੋਂ ਨਹੀਂ ਬਚਾ ਸਕਦੀ। ਜਿਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਬਹੁਤ ਸ਼ਾਸਤਰ ਬਹੁਤ ਸਿਮਰਤੀ। ਇਹ ਅਸੀਂ ਸ਼ਲੋਕ ਪੜ੍ਹਦੇ ਸੁਖਮਨੀ ਸਾਹਿਬ ਦਾ, ਜਿੰਨੇ ਸ਼ਾਸਤਰ ਸਿਮਰਤੀਆਂ ਨੇ, ਬਹੁਤ ਸ਼ਾਸਤਰ ਬਹੁਤ ਸਿਮਰਤੀ, ਪੇਖੇ ਸਰਬ ਢੰਡੋਲ। ਚੰਗੀ ਤਰ੍ਹਾਂ ਖੋਜ ਕੇ ਵੇਖੇ ਕੀ ਨਿਕਲਿਆ ਜੀ, ਪੂਜਸ ਨਾਹੀ ਹਰ ਹਰੇ ਨਾਨਕ ਨਾਮ, ਅਮੋਲ ਪਰਮਾਤਮਾ ਦੇ ਨਾਮ ਨੇ ਹੀ ਸਾਡਾ ਭਲਾ ਕਰਨਾ ਹੈ। ਯਾਦ ਰੱਖਿਓ ਇਹ ਧਾਰਮਿਕ ਗ੍ਰੰਥ ਕੇਵਲ ਤੇ ਕੇਵਲ ਪਰਮਾਤਮਾ ਦੇ ਘਰ ਦੀ ਜਾਣਕਾਰੀ ਦਿੰਦੇ ਨੇ, ਇਹ ਰਸਤਾ ਹੈ। ਪਰ
ਮੰਜ਼ਿਲ ਸਾਡੀ ਪਰਮਾਤਮਾ ਦਾ ਨਾਮ ਹੈ। ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਤਾਂ ਪੜ੍ਹਦੇ, ਸਾਨੂੰ ਪਰਮਾਤਮਾ ਦੇ ਬਾਰੇ ਪਤਾ ਲੱਗੇ। ਜਿਸ ਦਿਨ ਪਤਾ ਲੱਗ ਜਾਂਦਾ ਤੇ ਸਤਿਗੁਰੂ ਕਹਿੰਦੇ ਤੂੰ ਉੱਠ ਕੇ ਫਿਰ ਪਰਮਾਤਮਾ ਦਾ ਨਾਮ ਜਪ। ਸੋ ਸਮੁੱਚੇ ਸ਼ਬਦ ਦਾ ਤੱਤ ਭਾਵ ਇਹ ਨਿਕਲਦਾ, ਤੇਰੇ ਕੋਲ ਜਿੰਨੀ ਮਰਜ਼ੀ ਵਿਦਿਆ ਹੈ, ਤੂੰ ਧਾਰਮਿਕ ਮਨੁੱਖ ਹੈ, ਰਾਜਨੀਤਿਕ ਹੈ, ਜਾਂ ਮੌਜ ਐਸ ਪ੍ਰਸਤੀ ਕਰਨ ਵਾਲਾ ਹੈ। ਸਭ ਤੋਂ ਭਗਤ ਕਬੀਰ ਸਾਹਿਬ ਕਹਿ ਲਗੇ, ਜੇ ਤੂੰ ਪਰਮਾਤਮਾ ਦਾ ਨਾਮ ਨਹੀਂ ਨਾ ਜਪਦਾ ਤੇਰੇ ਕੋਲ ਨਹੀਂ ਉਹ ਬਚਿਆ ਜਾਣਾ। ਜੇ ਮੌਤ ਤੋਂ ਬਚਣਾ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ, ਨਿਰਭਾ ਹੋਏ ਕਹਿ ਗੁਣ ਰਵੈ ਜਤ ਪੇਖਾਂ ਤਤ ਸੋਏ। ਜੇ ਤੂੰ ਪਰਮਾਤਮਾ ਦਾ ਨਾਮ ਜਪ ਲਵੇਂ ਤੇ ਤੂੰ ਪਰਮਾਤਮਾ ਦੇ ਵਿੱਚ ਅਭੇਦ ਹੋ ਸਕਦਾ। ਜਿਹਨੂੰ ਬਾਣੀ ਨੇ ਇਹ ਗੱਲ ਕਹੀ ਕਿ ਇਹ ਜਿਸ ਮਰਨੇ ਤੇ ਜਗ ਡਰੇ, ਜਿਹੜੇ ਆਪਾਂ ਸ਼ਲੋਕ ਸ਼ੁਰੂ 'ਚ ਕੀਤੇ, ਮੈਂ ਉਹਦੇ ਤੇ ਸਮਾਪਤੀ ਕਰਾਂ। ਜਿਹਦੇ ਤੋਂ ਲੋਕ ਮਰਨ ਨੂੰ ਡਰਦੇ ਨੇ ਨਾ, ਤੂੰ ਪਰਮਾਤਮਾ ਦਾ ਨਾਮ ਜਪ। ਤੇ ਜਦੋਂ ਪਰਮਾਤਮਾ ਦਾ ਨਾਮ ਜਪੇਗਾ ਤੇ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਜੇ ਤੂੰ ਇਸ ਤਰੀਕੇ ਦੀ ਮਰਨੀ ਮਰ ਜਾਵੇਂਗਾ ਨਾ, ਜੇ ਸ਼ਬਦ ਦੇ ਵਿੱਚ ਮਰ ਜਾਵੇਂਗਾ ਤੇ ਤੈਨੂੰ ਦੁਬਾਰਾ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਨਹੀਂ ਆਉਣਾ ਪਵੇਗਾ, ਜਨਮ ਮਰਨ ਦੇ ਚੱਕਰਾਂ 'ਚ ਨਹੀਂ ਆਉਣਾ ਪਵੇਗਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਗਲਤੀਆਂ ਦੀ ਖਿਮਾ। आओ पावन पंक्तियां का जाप सरवण करके समाप्ति करिए। वेद पुराण सिमरत सब खोजे, कहू ना उबरना। कहो कबीर इयों राम है जम पाओ, मेट जन्म मरना। वाहिगुरु जी का खालसा